ਹੈ ਭਾਰੀਆਂ ਧਾਤਾਂ ਵਾਲਾ ਪਾਣੀ ਬੁੱਢੇ ਦਰਿਆ 'ਚ ਪੈ ਕੇ ਉਹਨੂੰ ਬੁੱਢੇ ਨਾਲੇ 'ਚ ਬਦਲਿਆ ਗਿਆ ਤੇ ਉਹ ਪਾਣੀ ਪੀਣ ਲਈ ਮਜਬੂਰ ਨੇ ਹੋਰ ਫਾਜ਼ਿਲਕਾ ਦੇ ਲੋਕ। ਇੰਡਸਟਰੀਆਂ ਨੇ ਧਰਤੀ ਦੇ ਥੱਲੇ ਬੋਰ ਕਰਕੇ ਗੰਦਾ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਕੀ ਪਤਾ ਨਹੀਂ ਪੋਲਿਊਸ਼ਨ ਕੰਟਰੋਲ ਬੋਰਡ ਨੂੰ, ਕੀ ਪਹਿਲੀਆਂ ਸਰਕਾਰਾਂ ਨੂੰ ਪਤਾ ਨਹੀਂ? ਇਸੇ ਰਾਹ ਦੇ ਉੱਤੇ ਇਹ ਤੁਰਨਾ ਚਾਹੁੰਦੇ ਨੇ। ਇਹਦਾ ਮਤਲਬ ਕਾਰਪੋਰੇਟ ਘਰਾਣਿਆਂ ਦੀ ਬੋਲੀ ਬੋਲ ਰਹੇ ਹੋ। ਜਿਹੜੇ ਕੰਮ ਅਕਾਲੀਆਂ ਨੇ ਕੀਤੇ, ਜਿਹੜੇ ਕੰਮ ਕਾਂਗਰਸੀਆਂ ਨੇ ਕੀਤੇ, ਜਿਹੜੇ ਬਾਦਲਾਂ ਦੇ ਟੱਬਰ ਨੇ ਕੀਤੇ, ਜਿਹੜੇ ਕੈਪਟਨ ਦੇ ਟੱਬਰ ਨੇ ਕੀਤੇ, ਕਿ ਉਹੀ ਕੰਮ ਭਗਵੰਤ ਮਾਨ ਵੀ ਕਰਨਗੇ? ਔਰ ਕੈਪਟਨ ਨੇ ਅੱਧੀ ਰਾਤ ਨੂੰ ਆਪਣੇ ਤਹਿਸੀਲਦਾਰ ਠਾਲ ਕੇ ਗੁੱਠੇ ਲਵਾਏ ਸੀ ਸਰਪੰਚਾਂ ਤੋਂ। 5000 10,000 15,000 20,000 ਦੀ ਤਨਖਾਹ ਲੈ ਕੇ ਬਾਅਦ ਚ ਮਾਪਿਆਂ ਦੇ ਕੈਂਸਰ ਦੇ ਇਲਾਜ ਕਰਾਉਣੇ ਰੋਜ਼ਗਾਰ ਕਾਹਦਾ? ਉਹ ਤਾਂ ਕਤਲ ਦਾ ਸਮਾਨ ਹੈ। ਇਹਦਾ ਮਤਲਬ ਕੁਲਤਾਰ ਸੰਧਮਾ ਹੋਰੀ ਝੰਡਾ ਲੈ ਕੇ ਤੁਰੇ ਰਹੇ। ਉਹਨਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਜ਼ਰੂਰ ਲਿਖੀ ਆ। ਹੁਣ ਬੀਬੀ ਮਾਨੂ ਕੇ ਮਤੇ ਪਵਾ ਰਹੀ ਸੀ ਕਿ ਮੈਂ ਤੁਹਾਡੀ ਲੜਾਈ ਲੜਾਂਗੀ, ਹਰਪਾਲ ਚੀਮਾ ਹੋਰੀ, ਤੇ ਇਸ ਲਈ ਇਹਦਾ ਮਤਲਬ ਉਸ ਸਮੇਂ ਕਿਸੇ ਸਿਰਫ MLA ਬਣ ਲਈ ਸੀ, ਸੱਤਾ 'ਚ ਆਉਣ ਲਈ ਸੀ। ਦਰਸ਼ਕੋ, ਸਤਲੁਜ ਦਰਿਆ ਦੇ ਕੰਢੇ ਜੇਕਰ ਅੱਜ ਗੱਲ ਕਰੀਏ ਮੱਤੇਆੜਾ ਦੇ ਜੰਗਲਾਂ ਦੇ ਵਿੱਚ ਅਸੀਂ ਖੜੇ ਹਾਂ, ਮੌਜੂਦ ਹੈਗੇ ਮੱਤੇਆੜਾ ਜੰਗਲਾਂ ਦੇ ਵਿੱਚ। ਜੇਕਰ ਗੱਲ ਕਰਦੇ ਹਾਂ ਟੈਕਸਟਾਈਲ ਜਿਹੜੀ ਇੰਡਸਟਰੀ ਹੈ, ਪਾਰਕ ਜਿਹੜੀ ਹੈ ਬਣਨ ਜਾ ਰਹੀ ਹੈ, ਉਸ ਦੇ ਲਈ ਅੱਜ ਜਿਹੜਾ 10 ਤਰੀਕ ਦਾ ਰੋਸ ਮੁਜ਼ਾਹਰਾ ਜਾਂ ਕਹਿ ਦਈਏ ਕਿ ਜੰਗਲਾਂ ਨੂੰ ਬਚਾਉਣ ਦੇ ਲਈ ਜਿਹੜਾ ਹਾਂ ਦਾ ਨਾਅਰਾ ਹੈ ਉਹ ਮਾਰਿਆ ਹੈ ਸਾਰੀਆਂ ਜਿੰਨੀਆਂ ਸਮਾਜ ਸੇਵਕ ਜਥੇਬੰਦੀਆਂ ਨੇ ਜਾਂ ਵਾਤਾਵਰਨ ਪ੍ਰੇਮੀ ਨੇ ਉਹਨਾਂ ਨੇ। ਜਿਹੜਾ ਮੱਤੇਆੜੇ ਦੇ ਜੰਗਲ ਦੇ ਵਿੱਚ ਟੈਕਸਟਾਈਲ ਪਾਰਕ ਬਣ ਰਹੀ ਹੈ, ਉਹਦੇ ਤੇ ਕੀ ਨਫਾ ਹੈ, ਕੀ ਨੁਕਸਾਨ ਹੈ, ਇਹ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਜੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕੱਲ੍ਹ ਕਿ ਭਗਵੰਤ ਮਾਨ ਦੇ ਨਾਲ ਕੱਲ੍ਹ ਤੁਹਾਡੀ ਮੀਟਿੰਗ ਹੋ ਕੇ ਹਟੀ ਹੈ ਮੁੱਖ ਮੰਤਰੀ ਪੰਜਾਬ ਦੇ ਨਾਲ, ਕੀ ਲੱਗਦਾ ਤੁਹਾਨੂੰ ਕੀ ਸਿੱਟਾ ਨਿਕਲਿਆ? ਜਿਵੇਂ ਹੁਣ ਇਸ ਸਤਲੁਜ ਕਿਨਾਰੇ ਜੇਕਰ ਟੈਕਸਟਾਈਲ ਪਾਰਕ ਬਣ ਜਾਂਦੀ ਹੈ, ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪਾਣੀ ਸਰਕਾਰ ਕਹਿੰਦੀ ਹੈ ਦੂਸ਼ਿਤ ਨਹੀਂ ਹੋਏਗਾ, ਵਾਕਈ ਦੂਸ਼ਿਤ ਹੋਣ ਤੋਂ ਬਚੇਗਾ? ਨਹੀਂ, ਇਹ ਹੋ ਸਕਦਾ ਕਿ ਇੰਡਸਟਰੀ ਲੱਗੇ ਔਰ ਆਲੇ ਦੁਆਲੇ ਵਾਲਾ ਪਾਣੀ ਦੂਸ਼ਿਤ ਨਾ ਹੋਵੇ। ਪਹਿਲਾਂ ਇਸੇ ਦੀ ਉਦਾਹਰਨ ਦੇਖਣ ਲਈ ਲੁਧਿਆਣੇ ਦੀ ਇੰਡਸਟਰੀ ਜਾ ਕੇ ਦੇਖ ਲੈਣ ਨਾ, ਕਿ ਲੁਧਿਆਣੇ ਦੇ ਵਿੱਚ ਕਿਵੇਂ ਗੰਦਾ ਪਾਣੀ, ਕੈਮੀਕਲ ਵਾਲਾ ਪਾਣੀ, ਡਾਈ ਇੰਡਸਟਰੀ ਵਾਲਾ ਪਾਣੀ ਹੈ, ਭਾਰੀਆਂ ਧਾਤਾਂ ਵਾਲਾ ਪਾਣੀ ਬੁੱਢੇ ਦਰਿਆ 'ਚ ਪੈ ਕੇ ਉਹਨੂੰ ਬੁੱਢੇ ਨਾਲੇ 'ਚ ਬਦਲਿਆ ਗਿਆ ਤੇ ਉਹ ਪਾਣੀ ਪੀਣ ਲਈ ਮਜਬੂਰ ਨੇ ਹੋਰ ਫਾਜ਼ਿਲਕਾ ਦੇ ਲੋਕ। ਸੋ ਇਸ ਲਈ ਉਸ ਗੱਲ ਨੂੰ ਇੱਕ ਉਦਾਹਰਨ ਸਾਡੇ ਸਾਹਮਣੇ ਆ। ਇੰਡਸਟਰੀਆਂ ਨੇ ਧਰਤੀ ਦੇ ਥੱਲੇ ਬੋਰ ਕਰਕੇ ਗੰਦਾ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਕੀ ਪਤਾ ਨਹੀਂ ਪੋਲਿਊਸ਼ਨ ਕੰਟਰੋਲ ਬੋਰਡ ਨੂੰ, ਕੀ ਪਹਿਲੀਆਂ ਸਰਕਾਰਾਂ ਨੂੰ ਪਤਾ ਨਹੀਂ? ਸੋ ਇਸ ਲਈ ਜੇ ਉਸੇ ਰਾਹ ਦੇ ਉੱਤੇ ਇਹ ਤੁਰਨਾ ਚਾਹੁੰਦੇ ਨੇ, ਇਹਦਾ ਮਤਲਬ ਕਾਰਪੋਰੇਟ ਘਰਾਣਿਆਂ ਦੀ ਬੋਲੀ ਬੋਲ ਰਹੇ ਹੋ। ਜਿਹੜੇ ਕੰਮ ਅਕਾਲੀਆਂ ਨੇ ਕੀਤੇ, ਜਿਹੜੇ ਕੰਮ ਕਾਂਗਰਸੀਆਂ ਨੇ ਕੀਤੇ, ਜਿਹੜੇ ਬਾਦਲਾਂ ਦੇ ਟੱਬਰ ਨੇ ਕੀਤੇ, ਜਿਹੜੇ ਕੈਪਟਨ ਦੇ ਟੱਬਰ ਨੇ ਕੀਤੇ, ਕਿ ਉਹੀ ਕੰਮ ਭਗਵੰਤ ਮਾਨ ਹੋਰੀ ਕਰਨਗੇ? ਕਿਉਂਕਿ ਯੋਜਨਾ ਮੋਦੀ ਦੀ ਆ। ਮੋਦੀ ਸਰਕਾਰ ਇਹ ਪ੍ਰੋਜੈਕਟ ਲੈ ਕੇ ਆਈ ਸੀ ਕੈਪਟਨ ਦੇ ਟਾਈਮ 'ਚ, ਔਰ ਕੈਪਟਨ ਨੇ ਅੱਧੀ ਰਾਤ ਨੂੰ ਆਪਣੇ ਤਹਿਸੀਲਦਾਰ ਠਾਲ ਕੇ ਗੁੱਠੇ ਲਵਾਏ ਸੀ ਸਰਪੰਚਾਂ ਤੋਂ, ਔਰ ਜ਼ਬਰਦਸਤੀ ਜ਼ਮੀਨਾਂ ਐਕਵਾਇਰ ਕੀਤੀਆਂ ਸੀਗੀਆਂ। ਸੋ ਹੁਣ ਉਸੇ ਜ਼ਮੀਨਾਂ ਦੇ ਉੱਤੇ ਤੁਸੀਂ ਕਹਿ ਰਹੇ ਹੋ ਅਸੀਂ ਕੰਕਰੀਟ ਦਾ ਜੰਗਲ ਉਸਾਰਾਂਗੇ, ਤੇ ਇਹਦੇ ਨਾਲ ਬੁੱਢਾ ਦਰਿਆ ਇੱਕ ਹੋਰ ਪੈਦਾ ਹੋ ਜਾਏਗਾ। ਸਤਲੁਜ ਤੋਂ ਇੱਥੋਂ ਵੀ ਜ਼ਹਿਰ ਪੈਣਾ ਸ਼ੁਰੂ ਹੋ ਜਾਏਗਾ ਔਰ ਇਲਾਕੇ 'ਚ ਬਿਮਾਰੀਆਂ ਦਾ ਵਧਣ ਦਾ ਖਤਰਾ ਖੜਾ। ਸੋ ਇਸ ਲਈ ਸਰਕਾਰ ਨੂੰ ਅਸੀਂ ਕੱਲ੍ਹ ਜਦੋਂ ਮਿਲਣ ਗਏ ਸੀ ਤਾਂ ਅਸੀਂ ਸਾਰੀਆਂ ਮੰਗਾਂ, ਪੰਜਾਬ ਦੇ ਮੁੱਖ ਮੁੱਦਿਆਂ 'ਤੇ ਲੈ ਕੇ ਗੱਲ ਹੋਈ ਸੀ, ਉਹਦੇ ਵਿੱਚ ਇਹ ਵੀ ਇੱਕ ਮੰਗ ਸ਼ਾਮਲ ਸੀ ਜਿਹਦੇ ਉੱਤੇ ਸਾਨੂੰ ਉਹਨੇ ਕਿਹਾ ਕਿ ਅਸੀਂ ਦੁਬਾਰਾ ਗੌਰ ਕਰ ਰਹੇ ਹਾਂ। ਔਰ ਮੈਨੂੰ ਪਤਾ ਲੱਗਿਆ ਕਿ ਜਿਹੜੀ ਸੰਬੰਧਿਤ ਕਮੇਟੀ ਆ ਮੱਤੇਆੜਾ ਵਾਲੀ, ਉਹਦੇ ਨਾਲ ਤਾਲਮੇਲ ਹੋ ਗਿਆ, ਬੈਠਕ ਹੋਏਗੀ ਔਰ ਲੋਕਾਂ ਦੀ ਆਵਾਜ਼ ਮੂਹਰੇ ਤਖਤ ਝੁਕਦੇ ਆਏ ਨੇ, ਸਰਕਾਰਾਂ ਝੁਕਦੀਆਂ ਆਈਆਂ ਨੇ। ਸੋ ਉਮੀਦ ਹੈ ਕਿ ਭਗਵੰਤ ਮਾਨ ਜਿਹੜੇ ਲੋਕਾਂ ਦੀ ਆਵਾਜ਼ ਬਣ ਕੇ ਵਿਚਰਦੇ ਰਹੇ ਨੇ, ਅੱਜ ਉਹ ਇਸ ਮੁੱਦੇ ਉੱਤੇ ਸੁਣਨਗੇ ਵੀ ਔਰ ਮੱਤੇਆੜਾ ਜੰਗਲ ਨੂੰ ਲੈ ਕੇ ਕੋਈ ਚੰਗਾ ਫੈਸਲਾ ਆਉਣ ਦੀ ਉਮੀਦ ਹੈ। ਜੇਕਰ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ, ਤੁਸੀਂ ਕਿਹਾ ਕਿ ਅੱਧੀ ਰਾਤ ਨੂੰ ਜਿਹੜਾ ਤਹਿਸੀਲਦਾਰਾਂ ਨੇ ਠਾਲ ਕੇ ਗੁੱਠੇ ਲਵਾਏ ਨੇ, ਨਾਲ ਦਾ ਜਿਹੜਾ ਪਿੰਡ ਹੈਗਾ ਸੇਖੋਵਾਲ ਪਿੰਡ ਦੀ ਜਿਹੜੀ 416 ਏਕੜ ਜ਼ਮੀਨ ਆ ਉਹ ਇਸ ਪਾਰਕ ਦੇ ਵਿੱਚ ਆਉਂਦੀ ਹੈ, ਇਸ ਇੰਡਸਟਰੀਅਲ ਏਰੀਆ ਦੇ ਵਿੱਚ ਆਉਂਦੀ ਹੈ, ਪਰ ਉਹ ਪਿੰਡ ਉਜੜ ਜਾਏਗਾ। ਜੇਕਰ ਇਹ ਫੈਸਲਾ ਵਾਪਸ ਨਹੀਂ ਹੁੰਦਾ, ਤੁਹਾਨੂੰ ਲੱਗਦਾ ਹੈ ਕਿ ਉਹ ਲੋਕਾਂ ਨੂੰ ਜਿਹੜੀ ਇਹ ਇੰਡਸਟਰੀ ਆ ਰੁਜ਼ਗਾਰ ਦੇ ਪਾਊਗੀ? ਨਹੀਂ, ਉਹ ਰੁਜ਼ਗਾਰ ਨਹੀਂ, ਉਹ ਉਜਾੜੇ ਦਾ ਕਾਰਨ ਬਣੂਗੀ। ਮਤਲਬ ਜੇ ਤੁਸੀਂ 5000 10,000 15,000 20,000 ਦੀ ਤਨਖਾਹ ਲੈ ਕੇ ਬਾਅਦ 'ਚ ਮਾਪਿਆਂ ਦੇ ਕੈਂਸਰ ਦੇ ਇਲਾਜ ਕਰਾਉਂਦੇ ਹੋ, ਰੁਜ਼ਗਾਰ ਕਾਹਦਾ? ਉਹ ਤਾਂ ਕਤਲ ਦਾ ਸਮਾਨ ਹੈ ਇਹਦਾ ਮਤਲਬ। ਸੋ ਇਸ ਲਈ ਉਹ ਇੱਕ ਘਰਾਂ ਦਾ ਉਜਾੜਾ, ਇਲਾਕੇ ਦਾ ਉਜਾੜਾ, ਫਿਰ ਉਸ ਤੋਂ ਬਾਅਦ ਆਹ ਰੁਜ਼ਗਾਰ ਦੇ ਨਾਂ ਦੇ ਉੱਤੇ ਜੇਕਰ ਤੁਹਾਨੂੰ ਬਿਮਾਰੀਆਂ ਮਿਲਦੀਆਂ ਨੇ, ਫਿਰ ਯਾਰ ਰੁਜ਼ਗਾਰ ਪੰਜਾਬ ਨੂੰ ਨਹੀਂ ਚਾਹੀਦਾ। ਔਰ ਇਕੱਲੇ ਇਹ 400 ਏਕੜ ਜਾਂ 1000 ਏਕੜ ਦਾ ਮਸਲਾ ਨਹੀਂ ਹੈ। 1000 ਏਕੜ ਤਾਂ ਉਸ ਟੈਕਸਟਾਈਲ ਇੰਡਸਟਰੀ ਦੇ ਲਾਉਣ ਲਈ ਤੈਅ ਹੋਇਆ, ਪਰ ਉਹ ਤੋਂ ਬਿਨਾਂ ਫਿਰ ਰਹਿਸ਼ੀ ਕਲੋਨੀਆਂ ਵੀ ਵਸਣੀਆਂ ਹੈ, ਫਿਰ ਉਹਨਾਂ ਦੇ ਲਈ ਲੇਬਰ ਦੇ ਲਈ ਵੀ ਵਸਣਾ, ਫਿਰ ਉਹ ਇਹ ਪਿੰਡ ਨਹੀਂ ਰਹਿਣੇ ਫਿਰ।
ਇਹ ਇਲਾਕਾ ਇਹ ਕੁਦਰਤੀ ਵਾਤਾਵਰਣ ਵਾਲਾ ਇਲਾਕਾ ਨਹੀਂ ਰਹਿਣਾ। ਸੋ ਕੁਦਰਤ ਨੂੰ ਬਚਾਉਣ ਦਾ ਉਪਰਾਲਾ ਹੈ ਔਰ ਪੰਜਾਬ ਇੱਕ ਸੁਰ 'ਚ ਜਿਵੇਂ ਉੱਠ ਕੇ ਖੜਾ ਹੋਇਆ, ਮੈਨੂੰ ਲੱਗਦਾ ਕਿ ਸਰਕਾਰ ਲੋਕ ਵਿਰੋਧੀ ਫੈਸਲਾ ਲਵੇਗੀ। ਸਰਕਾਰ ਨੂੰ ਲੋਕਾਂ ਦੇ ਹੱਕ 'ਚ ਖੜਨਾ ਪੈਣਾ, ਕਿਉਂਕਿ ਲੋਕਾਂ ਨੇ ਬਦਲਾ ਲਿਆ ਕੇ ਚੁਣੇ ਨੇ ਤੇ ਲੋਕ ਬਦਲਣਾ ਵੀ ਜਾਣਦੇ ਨੇ। ਸੰਗਰੂਰ ਇਹਦਾ ਉਦਾਹਰਨ ਹੈ। ਇੱਕ ਜਿਹੜੀ ਸਰਕਾਰੀ ਤਾਕਤ ਦੀ ਗੱਲ ਕਰ ਲਈਏ, ਜਦੋਂ ਕੋਈ ਸੱਤਾ 'ਚ ਆਉਂਦਾ ਹੈ, ਸੱਤਾਧਾਰੀ ਹੁੰਦਾ ਹੈ, ਤਾਂ ਸੱਤਾ ਦਾ ਨਸ਼ਾ ਹੋ ਜਾਂਦਾ ਹੈ। ਜਿਹੜੀ ਬੋਲੀ ਉਹ ਪਹਿਲਾਂ ਬੋਲਦੇ ਆ ਸੱਤਾ ਦੇ ਵਿੱਚ ਆਉਣ ਤੋਂ, ਉਹ ਬੋਲੀ ਚੇਂਜ ਹੋ ਜਾਂਦੀ ਹੈ। ਪਹਿਲਾਂ ਹਰਪਾਲ ਸਿੰਘ ਚੀਮਾ ਨੇ ਜਿਹੜੇ ਉਹ ਵੀ ਹਾਂ ਦਾ ਨਾਅਰਾ ਮਾਰਦੇ ਰਹੇ ਨੇ ਇਸ ਜੰਗਲ ਦੇ ਲਈ, ਤੇ ਮਾਣੂਕੇ ਸਰਬਜੀਤ ਕੌਰ ਮਾਣੂਕੇ ਨੇ ਜਿਹੜੇ ਉਹ ਵੀ ਹਾਂ ਦਾ ਨਾਅਰਾ ਮਾਰਦੇ ਰਹੇ ਨੇ। ਪਰ ਅੱਜ ਨਾ ਹੀ ਹਰਪਾਲ ਸਿੰਘ ਚੀਮਾ ਇਸ ਮਸਲੇ ਤੇ ਬੋਲਦੇ ਆ, ਨਾ ਹੀ ਸਰਬਜੀਤ ਕੌਰ ਮਾਣੂਕੇ ਬੋਲਦੇ ਆ। ਕੁਲਤਾਰ ਸੰਧਮਾ ਹੋਰੀ ਝੰਡਾ ਲੈ ਕੇ ਤੁਰੇ ਰਹੇ। ਉਹਨਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਜ਼ਰੂਰ ਲਿਖੀ ਆ। ਹੁਣ ਬੀਬੀ ਮਾਣੂਕੇ ਮਤੇ ਪਵਾ ਰਹੀ ਸੀ ਕਿ ਮੈਂ ਤੁਹਾਡੀ ਲੜਾਈ ਲੜਾਂਗੀ, ਹਰਪਾਲ ਚੀਮਾ ਹੋਰੀ, ਤੇ ਇਸ ਲਈ ਇਹਦਾ ਮਤਲਬ ਉਸ ਸਮੇਂ ਕਿ ਸਿਰਫ MLA ਬਣ ਲਈ ਸੀ, ਸੱਤਾ 'ਚ ਆਉਣ ਲਈ ਸੀ। ਪਰ ਮੈਨੂੰ ਲੱਗਦਾ ਉਹਨਾਂ ਨੂੰ ਇਹ ਸਮਝ ਆ ਗਈ ਹੈ ਕਿ ਜੇਕਰ ਅਸੀਂ ਲੋਕ ਵਿਰੋਧੀ ਹੋਵਾਂਗੇ ਤਾਂ ਅਗਲੀ ਵਾਰ ਸਾਡੀ ਵਾਰੀ ਨਹੀਂ ਆਉਣੀ। ਸੋ ਇਸੇ ਲਈ ਸਰਕਾਰ ਨੇ ਤੁਰੰਤ ਫੈਸਲਾ ਲਿਆ। ਚੰਗਾ ਤਾਂ ਇਹ ਹੁੰਦਾ ਕਿ ਅੱਜ ਹੀ ਮੀਟਿੰਗ ਕਰ ਲੈਂਦੇ, ਇਸ ਤੋਂ ਪਹਿਲਾਂ ਹੀ ਮੀਟਿੰਗ ਕਰ ਲੈਂਦੇ, ਪਰ ਚਲੋ ਦੇਰ ਆਏ ਦਰੁਸਤ ਆਏ। ਮੇਰਾ ਖਿਆਲ ਸ਼ਾਮ ਤੱਕ ਜਾਂ ਭਲਕੇ ਮੀਟਿੰਗ ਹੋ ਜਾਣੀ ਆ ਔਰ ਇਸ ਦੇ ਉੱਤੇ ਫੈਸਲਾ ਚੰਗਾ ਹੀ ਆਊਗਾ। ਕੁਲਤਾਰ ਸੰਧਵਾ ਨੂੰ ਕਈ ਪੱਤਰਕਾਰਾਂ ਨੇ ਸਵਾਲ ਕੀਤੇ ਸੀ, ਕਹਿੰਦੇ ਸੰਧਵਾ ਸਾਹਿਬ ਤੁਸੀਂ ਹਾਂ ਦਾ ਨਾਅਰਾ ਮਾਰਨ ਗਏ ਸੀ ਮੱਤੇਵਾੜਾ ਜੰਗਲਾਂ ਦੇ ਸੰਬੰਧ ਦੇ ਵਿੱਚ, ਪਰ ਅੱਜ ਤੁਸੀਂ ਜਿਹੜੀ ਇਹ ਫੈਕਟਰੀ ਜਿਹੜੀ ਪਾਰਕ ਹੈ, ਇੰਡਸਟਰੀ ਬਣਾਓਗੇ ਇੱਥੇ ਮੱਤੇਵਾੜਾ ਦੇ ਜੰਗਲਾਂ ਦੇ ਵਿੱਚ, ਤੁਹਾਡੀ ਆਪਣੀ ਸਰਕਾਰ ਆ, ਤਾਂ ਕੁਲਤਾਰ ਸੰਧਵਾ ਦਾ ਇੱਕੋ ਹੀ ਜਵਾਬ ਸੀ, ਕਹਿੰਦੇ ਵਿਚਾਰਾਂਗੇ। ਨਹੀਂ, ਮੈਨੂੰ ਲੱਗਦਾ ਉਹਨਾਂ ਨੇ ਵਿਚਾਰ ਆਪਣੇ ਮੁੱਖ ਮੰਤਰੀ ਨੂੰ ਦੱਸਦੇ ਨੇ, ਕਿਉਂਕਿ ਉਹ ਹੁਣ ਸਪੀਕਰ ਦੇ ਅਹੁਦੇ 'ਤੇ ਨੇ, ਇਸ ਲਈ ਉਹਨੇ ਆਪਣੀ ਜਾਣਕਾਰੀ ਲਈ ਤਾਂ ਚਿੱਠੀ ਉਹ ਲਿਖੀ ਆ, ਪਰ ਅਦਰਵਾਈਜ਼ ਮੈਨੂੰ ਲੱਗਦਾ ਮੁੱਖ ਮੰਤਰੀ ਉਹਨਾਂ ਦਾ ਰਾਬਤਾ ਹੋ ਰਿਹਾ। ਤੇ ਮੁੱਖ ਮੰਤਰੀ ਹੋਰਾਂ ਨੇ ਕੱਲ੍ਹ ਸਾਨੂੰ ਵੀ ਇਹ ਆਸ ਜਗਾਈ ਹੈ ਕਿ ਅਸੀਂ ਇਹਦੇ ਉੱਤੇ ਚੰਗਾ ਫੈਸਲਾ ਲਵਾਂਗੇ। ਸੋ ਇਸ ਲਈ ਸਾਨੂੰ ਪੂਰੀ ਉਮੀਦ ਹੈ ਕਿ ਇਸ ਮਸਲੇ ਦੇ ਉੱਤੇ ਸਰਕਾਰ ਬੈਕਫੁੱਟ ਤੇ ਹੋਏਗੀ ਔਰ ਸਰਕਾਰ ਲੋਕਾਂ ਦੇ ਨਾਲ ਖੜ੍ਹਨ ਲਈ ਮਜਬੂਰ ਹੋਏਗੀ ਔਰ ਮੱਤੇਵਾੜਾ ਜੰਗਲ ਨਹੀਂ ਉਜੜੇਗਾ। ਇਹ ਜ਼ਮੀਨ ਕੁਦਰਤੀ ਰੂਪ ਦੇ ਵਿੱਚ ਬਹਾਲ ਰਹੇਗੀ। ਦਰਸ਼ਕੋ, ਜੇਕਰ ਮੱਤੇਵਾੜਾ ਜੰਗਲਾਂ ਦੀ ਗੱਲ ਕਰ ਲਈਏ ਤਾਂ ਮੱਤੇਵਾੜਾ ਜੰਗਲਾਂ ਦੇ ਵਿੱਚ ਜੇਕਰ ਕੋਈ ਟੈਕਸਟਾਈਲ ਪਾਰਕ ਬਣਦਾ ਹੈ ਜਾਂ ਕੋਈ ਇੰਡਸਟਰੀ ਲੱਗਦੀ ਹੈ ਤਾਂ ਜੰਗਲ ਦਾ ਉਜਾੜਾ ਹੋਏਗਾ ਹੀ ਹੋਏਗਾ, ਨਾਲ ਹੀ ਲੋਕਾਂ ਦਾ ਉਜਾੜਾ ਹੋਏਗਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਬਿਮਾਰੀਆਂ ਦਾ ਘਰ ਇਹ ਟੈਕਸਟਾਈਲ ਪਾਰਕ ਆ ਜਿਹੜੀ ਲੋਕਾਂ ਦੇ ਲਈ ਬਣ ਸਕਦੀ ਹੈ। ਤੁਸੀਂ ਚੈਨਲ ਸੀਰਤ ਪੰਜਾਬ ਦੇ ਨਾਲ ਜੁੜੇ ਰਹੋ ਦਰਸ਼ਕੋ। ਚੈਨਲ ਸੀਰਤ ਪੰਜਾਬ ਦੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।